ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਹੈ ਖਬਰ ਪੜਤਾਲ ਤੇ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਜੀ ਸੋ ਅੱਜ ਖਬਰ ਪੜਤਾਲ ਵਿੱਚ ਮੁੱਖ ਤੌਰ ਤੇ ਆਪਾਂ ਗੱਲ ਕਰਾਂਗੇ ਕਿ ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਪੈ ਚੁੱਕੀਆਂ। ਕੌਣ ਇੱਥੇ ਬਾਜ਼ੀ ਮਾਰ ਸਕਦਾ ਹੈ ਤੇ ਕਿਸ ਤਰੀਕੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਜਾਂ ਸਿਮਰਨਜੀਤ ਮਾਨ ਕੌਣ ਅੱਗੇ ਲੰਘ ਸਕਦਾ ਹੈ। ਇਸ ਉੱਪਰ ਵਿਚਾਰ ਚਰਚਾ ਕਰਾਂਗੇ। ਨਾਲ ਦੀ ਨਾਲ ਅੱਜ ਬਜਟ ਸੈਸ਼ਨ ਦਾ ਖਾਸ ਦਿਨ ਹੈ। ਕਿਹੜੀ ਵੱਡੀ ਗੱਲ ਮੁੱਖ ਮੁੱਦਾ ਰਹੇਗਾ ਇਸ ਸੈਸ਼ਨ ਦੇ ਵਿੱਚ, ਇਸ ਦੇ ਉੱਪਰ ਚਰਚਾ ਕਰਾਂਗੇ। ਤੇ ਦੂਜਾ ਇੱਕ ਹੋਰ ਖੇਤੀ ਘੁਟਾਲਾ ਵੀ ਅੱਜ ਕੱਲ੍ਹ ਸੁਰਖੀਆਂ ਵਿੱਚ ਚੱਲ ਰਿਹਾ, ਉਹ ਕੀ ਹੈ ਉਸਦੀ ਵੀ ਪੂਰੀ ਜਾਣਕਾਰੀ ਡੱਲਾ ਜੀ ਤੁਹਾਡੇ ਤੋਂ ਜ਼ਰੂਰ ਲਵਾਂਗੇ। ਸਵਾਲਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਮੈਂ ਕਰਨਾ ਚਾਹੂੰਗੀ ਸੰਗਰੂਰ ਜ਼ਿਮਨੀ ਚੋਣ ਤੋਂ ਹੀ। ਵੋਟਾਂ ਪੈ ਚੁੱਕੀਆਂ ਨੇ ਪਰ ਹੁਣ ਕੀ ਕਿਆਸ ਲਗਾਇਆ ਜਾ ਸਕਦਾ ਹੈ ਕਿ ਕੌਣ ਇੱਥੇ ਬਾਜ਼ੀ ਮਾਰ ਸਕਦਾ ਹੈ? ਦੇਖੋ, ਸੰਗਰੂਰ ਦੀ ਜਿਹੜੀ ਜ਼ਿਮਨੀ ਚੋਣ ਹੈ, ਜਿਵੇਂ ਅਸੀਂ ਇੱਕ ਦੋ ਦਿਨ ਪਹਿਲਾਂ ਦੇ ਲਗਾਤਾਰ ਡਿਸਕਸ ਕਰ ਰਹੇ ਸੀ ਹਰਜੋਤ ਜੀ, ਕਿ ਵੋਟਰਾਂ ਦਾ ਰਵੱਈਆ ਬੜਾ ਉਦਾਸੀਨ ਵਾਲਾ ਰਵੱਈਆ। ਵੋਟਰ ਬਹੁਤ ਜ਼ਿਆਦਾ ਪੋਲੀਟੀਕਲੀ ਇਸ ਵਕਤ ਐਕਟਿਵ ਨਹੀਂ ਸੀ। ਅਸਲ 'ਚ ਮੈਨੂੰ ਇਹ ਲੱਗਦਾ ਹੈ ਕਿ ਸਾਡੀਆਂ ਸਿਆਸੀ ਪਾਰਟੀਆਂ ਜਿਸ ਪੱਧਰ ਤੇ ਵਾਅਦੇ ਕਰਦੀਆਂ ਨੇ, ਜਿਸ ਪੱਧਰ ਤੇ ਲੋਕਾਂ ਨੂੰ ਸੁਪਨੇ ਵਿਖਾ ਦਿੱਤੇ ਜਾਂਦੇ ਨੇ, ਉਹਦੇ ਤੋਂ ਜਿਹੜੇ ਸਾਡੇ ਲੋਕ ਨੇ ਕਿਤੇ ਨਾ ਕਿਤੇ ਅੱਕ ਗਏ। ਕਿਉਂਕਿ ਲੋਕਾਂ ਨੇ ਵੀ ਆਪਣਾ ਸਾਰਾ ਜ਼ੋਰ ਹਰਜੋਤ ਜੀ 2022 ਦੀਆਂ ਚੋਣਾਂ 'ਚ ਲਾ ਕੇ ਦੇਖ ਲਿਆ। ਬਹੁਤ ਵੱਡੇ ਬਦਲਾਅ ਦੀ ਆਸ ਲੋਕਾਂ ਨੇ ਕੀਤੀ ਸੀ, ਲੇਕਿਨ ਬਦਲਾਅ ਆਇਆ ਜ਼ਰੂਰ ਹੈ, ਲੇਕਿਨ ਜਿਹੜਾ ਤੁਰੰਤ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲਾ ਬਦਲਾਅ ਸੀ ਉਹ ਨਹੀਂ ਆਇਆ। ਉਹ ਇਸ ਰੂਪ 'ਚ ਨਹੀਂ ਆਇਆ ਕਿ 1000 ਰੁਪਇਆ ਖਾਤੇ 'ਚ ਨਹੀਂ ਆਇਆ, ਪੈਨਸ਼ਨ ਨਹੀਂ ਆਈ, ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ, ਨਵੀਆਂ ਪੋਸਟਾਂ ਥੋੜ੍ਹੀਆਂ ਬਹੁਤੀਆਂ ਦੀ ਰਿਕਰੂਟਮੈਂਟ ਸ਼ੁਰੂ ਹੋਈ ਹੈ। ਜਿੰਨੇ ਵੱਡੇ ਦਾਅਵੇ ਕੀਤੇ ਗਏ ਸੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਕਿ ਤੁਸੀਂ ਕੈਪਟਨ ਅਮਰਿੰਦਰ ਵਾਲੇ ਕਾਰਡ ਸੰਭਾਲ ਕੇ ਰੱਖ ਲਓ ਤੇ ਅਸੀਂ ਲੱਖਾਂ ਨੌਕਰੀਆਂ ਦੇਵਾਂਗੇ, ਹਜੇ ਤਾਂ 25,000 ਅਨਾਊਂਸ ਕੀਤੀਆਂ ਸੀ। ਇਹ ਵੀ ਨਹੀਂ ਪਤਾ ਉਹਨਾਂ 'ਚੋਂ ਅਮਲ ਕਿੰਨਿਆਂ ਕੁ ਦਾ ਸ਼ੁਰੂ ਹੋਇਆ। ਕੋਈ 5-7 ਹਜ਼ਾਰ ਦਾ ਅਮਲ ਸ਼ੁਰੂ ਹੋ ਗਿਆ ਜਾਂ ਨਹੀਂ ਹੋ ਗਿਆ, ਇਹ ਵੀ ਜਦੋਂ ਤੱਕ ਭਗਵੰਤ ਮਾਨ ਜੀ ਵੀਡੀਓ ਬਣਾ ਕੇ ਨਹੀਂ ਦੱਸਦੇ ਪਤਾ ਨਹੀਂ ਲੱਗਣਾ। ਹੋ ਸਕਦਾ 25,000 ਭਰਤੀ ਹੋ ਗਏ ਹੁਣ, ਸਾਨੂੰ ਪਤਾ ਹੀ ਨਾ ਹੋਵੇ। ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਜਿਹੜੀ ਖਬਰ ਹੈ ਨਾ ਜੀ, ਜਦੋਂ ਵੀਡੀਓ ਆਉਂਦੀ ਹੈ ਭਗਵੰਤ ਮਾਨ ਜੀ ਦੀ ਹਰਜੋਤ ਜੀ, ਉਹ ਫੇਰ ਕਲੀਅਰ ਹੁੰਦਾ ਵੀ ਹੋ ਕੀ ਰਿਹਾ। ਤੇ ਅੱਜ ਮੈਂ ਇਹ ਕਹਿ ਸਕਦਾ ਕਿ ਮੇਰੀ ਨਜ਼ਰ 'ਚ, ਹੋ ਸਕਦਾ ਹੈ ਬਹੁਤੇ ਲੋਕ ਮੇਰੇ ਨਾਲ ਸਹਿਮਤ ਨਾ ਹੋਣ, ਜੋ ਮੈਂ ਲੋਕਾਂ ਤੋਂ ਸੁਣਦਾ, ਦੇਖੋ ਰਿਜ਼ਲਟ ਤਾਂ ਕੋਈ ਵੀ ਆ ਸਕਦਾ। ਲੱਗਦਾ ਤਾਂ ਚਰਨਜੀਤ ਚੰਨੀ ਨੂੰ ਵੀ ਸੀ ਪਿਛਲੀ ਵਾਰੀ ਕਿ ਮੇਰੀਆਂ 80 ਸੀਟਾਂ ਆ ਜਾਣਗੀਆਂ। ਲੱਗਦਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੀ ਕਿ ਬੀਜੇਪੀ ਦੀਆਂ 14-15 ਸੀਟਾਂ ਆ ਜਾਣਗੀਆਂ ਤੇ ਅਸੀਂ 25 ਲੈ ਜਾਾਂਗੇ ਤੇ ਸਾਡੀ ਸਰਕਾਰ ਬਣ ਜੂਗੀ। ਲੱਗਦਾ ਅਕਾਲੀ ਦਲ ਨੂੰ ਵੀ ਸੀ ਕਿ ਅਸੀਂ ਬਸਪਾ ਨਾਲ ਮਿਲ ਕੇ ਵੀ 35-40 ਤਾਂ ਅਕਾਲੀ ਦਲ ਅਸੀਂ ਲੈ ਜਾਾਂਗੇ ਤੇ ਅਸੀਂ ਗੱਠਜੋੜ 'ਚ ਸਰਕਾਰ ਬਣਾ ਜਾਾਂਗੇ। ਲੱਗਦਾ ਬਹੁਤ ਕੁਝ ਹੁੰਦਾ, ਪਰ ਫੈਸਲਾ ਵੋਟਰਾਂ ਨੇ ਕਰਨਾ ਹੁੰਦਾ। ਹੁਣ ਜੋ ਕੁਝ ਲੱਗ ਰਿਹਾ ਮੈਂ ਉਹ ਵੀ ਦੱਸ ਦਿੰਦਾ। ਇਸ ਵਾਰ ਲੱਗ ਰਿਹਾ ਵੀ ਕਿਤੇ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹ ਨਾ ਬਾਜ਼ੀ ਮਾਰ ਜਾਣ। ਜੋ ਮੈਂ ਸੁਣ ਰਿਹਾ, ਮੁਕਾਬਲਾ ਦੋ ਧਿਰਾਂ ਦੇ ਵਿੱਚ ਮੰਨਿਆ ਜਾ ਰਿਹਾ। ਮੁਕਾਬਲਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਔਰ ਸਿਮਰਨਜੀਤ ਸਿੰਘ ਮਾਨ ਦੇ ਵਿਚਾਲੇ, ਜਿਹਨੂੰ ਕਹਿੰਦੇ ਹੁੰਦੇ ਆ ਨਾ ਵੀ ਕੰਡੇ ਦੀ ਲੜਾਈ ਦੱਸੀ ਜਾ ਰਹੀ ਹੈ। ਪਰ ਜਿਹੜੀਆਂ ਜ਼ਮੀਨ ਦੀਆਂ ਰਿਪੋਰਟਾਂ ਨੇ ਹਰਜੋਤ ਜੀ, ਉਹ ਕਈ ਵਾਰੀ ਸੱਚੀਆਂ ਨਿਕਲਦੀਆਂ ਨੇ, ਕਈ ਵਾਰ ਨਹੀਂ ਨਿਕਲਦੀਆਂ। ਹੁਣ ਜ਼ਮੀਨ ਤੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਮੈਂ ਕਈ ਲੋਕਾਂ ਨਾਲ ਗੱਲ ਕੀਤੀ ਟੈਲੀਫੋਨ ਤੇ, ਬਹੁਤੇ ਲੋਕ ਕਹਿੰਦੇ ਵੀ ਸਿਮਰਨਜੀਤ ਸਿੰਘ ਮਾਨ ਇਸ ਵਾਰ ਜਿੱਤ ਸਕਦੇ ਨੇ। ਜਦੋਂ ਫਿਰ ਮੈਂ ਉਹਨਾਂ ਤੋਂ ਕਾਰਨ ਪੁੱਛੇ ਵੀ ਇਹਦੇ ਪਿੱਛੇ ਕਾਰਨ ਕੀ ਹੈ, ਮੋਟੇ-ਮੋਟੇ ਕਾਰਨ ਦੋ ਹੀ ਆਏ। ਸਿੱਧੂ ਮੂਸੇਵਾਲੇ ਵਾਲਾ ਕਾਰਨ ਆਇਆ, ਦੀਪ ਸਿੱਧੂ ਵਾਲਾ ਕਾਰਨ ਆਇਆ ਕਿ ਜਿਹੜੇ ਉਹਨਾਂ ਨੂੰ ਪਸੰਦ ਕਰਨ ਵਾਲੇ ਨੌਜਵਾਨ ਸੀ ਉਹ ਵੱਡੀ ਗਿਣਤੀ ਸਿਮਰਨਜੀਤ ਸਿੰਘ ਮਾਨ ਨਾਲ ਤੁਰ ਪਏ। ਲੱਖਾ ਸਿਧਾਣਾ ਉਹਨੇ ਵੀ ਸਿਮਰਨਜੀਤ ਸਿੰਘ ਮਾਨ ਨਾਲ ਤੁਰ ਪਏ। ਦੇਖੋ, ਜਿਹੜੀ ਅਮਰਗੜ੍ਹ ਦੀ ਚੋਣ ਲੜੇ ਸੀ ਸਿਮਰਨਜੀਤ ਸਿੰਘ ਮਾਨ, ਦੂਜੇ ਨੰਬਰ ਤੇ ਰਹੇ, ਉੱਥੇ ਦੂਜੇ ਨੰਬਰ ਤੇ ਰਹੇ ਸੀ ਸਿਮਰਨਜੀਤ ਸਿੰਘ ਮਾਨ। ਤੇ ਕੋਈ ਵੱਡੀ ਗੱਲ ਨਹੀਂ ਕਿ ਸੰਗਰੂਰ 'ਚ ਸਿਮਰਨਜੀਤ ਸਿੰਘ ਮਾਨ ਦੇ ਰੂਪ ਦੇ ਵਿੱਚ ਸਾਨੂੰ ਨਵਾਂ ਬਦਲਾਅ ਮਿਲ ਜੇ, ਕਿਉਂਕਿ ਸੰਗਰੂਰ ਦੇ ਲੋਕ ਅਕਸਰ ਬਦਲਾਅ ਕਰਨ ਦੇ ਆਦੀ ਹੈ। ਤੁਸੀਂ ਦੇਖੋ ਹਰਜੋਤ ਜੀ, ਇਹ ਵੀ ਇੱਕ ਬਦਲਾਅ ਹੈ ਕਿ ਸੰਗਰੂਰ 'ਚ ਜਿੱਥੇ ਇੰਨੀ ਵੱਡੀ ਪਰਸੈਂਟੇਜ ਪਈ ਸੀ, ਉੱਥੇ ਇਸ ਵਾਰ ਵੋਟ ਪਾਉਣੀ ਨਹੀਂ ਲੋਕ ਨਿਕਲੇ। ਤੁਸੀਂ ਦੇਖੋ ਕਿੱਡਾ ਵੱਡਾ ਬਦਲਾਅ ਆ ਗਿਆ। ਇਹ ਵੀ ਲੋਕਾਂ ਦੇ ਨਜ਼ਰੀਏ 'ਚ ਪੋਲੀਟੀਕਲ ਸਿਸਟਮ ਪ੍ਰਤੀ ਉਹੀ ਆਮ ਆਦਮੀ ਪਾਰਟੀ ਹੈ। ਜੇ ਆਮ ਆਦਮੀ ਪਾਰਟੀ ਨੂੰ ਜਿੰਨੀ ਲੀਡ ਦੇ ਨਾਲ ਭਗਵੰਤ ਮਾਨ ਜਿੱਤਦੇ ਰਹੇ ਨੇ,
जी ਉਸ ਹਿਸਾਬ ਨਾਲ ਤਾਂ ਵੋਟ ਬਹੁਤ ਜ਼ਿਆਦਾ ਹੋਣੀ ਚਾਹੀਦੀ ਸੀ। ਸੋ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਵੀ ਇੰਨੇ ਜ਼ਿਆਦਾ ਖੁਸ਼ ਨਹੀਂ ਹੈਗੇ, ਸੰਤੁਸ਼ਟ ਨਹੀਂ ਹੈਗੇ, ਆਸਵੰਦ ਨਹੀਂ ਹੈਗੇ। ਆਮ ਆਦਮੀ ਪਾਰਟੀ ਦੇ ਲੀਡਰ ਘਰ ਜਾ ਕੇ ਇਸ ਖੁਸ਼ੀ 'ਚ ਲੱਡੂ ਨਹੀਂ ਖਾ ਰਹੇ ਹੋਣਗੇ ਵੀ ਸੀਟ ਤਾਂ ਜਿੱਤੀ ਗਈ। ਉਹ ਵੀ ਘਰੇ ਜਾ ਕੇ ਚਾਹ ਪੀਂਦੇ ਹੋਏ ਕਹਿੰਦੇ ਹੋਣਗੇ ਵੀ ਸੀਟ ਦਾ ਤਾਂ ਕੁਝ ਨਹੀਂ ਪਤਾ, ਪਤਾ 26 ਨੂੰ ਲੱਗਣਾ। ਇਹਦਾ ਮਤਲਬ ਹੈ ਫਸਵੀਂ ਟੱਕਰ ਸੀ। ਜਿੱਤ ਸਿਮਰਨਜੀਤ ਸਿੰਘ ਮਾਨ ਵੀ ਸਕਦੇ ਨੇ, ਜਿੱਤ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵੀ ਸਕਦੇ ਨੇ, ਔਰ ਉਮੀਦ ਬੀਜੇਪੀ ਨੇ ਵੀ ਨਹੀਂ ਛੱਡੀ। ਕਿਉਂਕਿ ਜੋ ਰਿਪੋਰਟਾਂ ਆਈਆਂ ਨੇ ਕਿ ਸ਼ਹਿਰੀ ਇਲਾਕੇ ਸੀ ਜਿਹੜੇ, ਉਹਦੇ 'ਚ ਬੀਜੇਪੀ ਦੇ ਬੂਥਾਂ ਤੇ ਰਸ਼ ਰਿਹਾ, ਭਾਵੇਂ ਸਵੇਰ ਤੋਂ ਸ਼ਾਮ ਤੱਕ ਨਹੀਂ ਰਿਹਾ, ਕਿਉਂਕਿ ਹਰ ਚੀਜ਼ ਦਾ ਇੱਕ ਪੀਕ ਟਾਈਮ ਹੁੰਦਾ ਹੈ। ਪਰ ਜਦੋਂ ਮੈਂ ਗੱਲ ਕਰਦਾ, ਕਈ ਲੋਕਾਂ ਨਾਲ ਗੱਲ ਕੀਤੀ, ਉਹ ਕਹਿੰਦੇ ਸ਼ਹਿਰਾਂ 'ਚ ਬੀਜੇਪੀ ਦੇ ਬੂਥਾਂ ਤੇ ਵੀ ਰਸ਼ ਸੀ। ਹੁਣ ਕਾਂਗਰਸ ਵਾਲੇ ਵੀ ਖੁਸ਼ ਨੇ, ਕਾਂਗਰਸ ਕਹਿੰਦੇ ਸਾਡੇ ਵੀ ਬਹੁਤ ਚੰਗਾ ਰਿਹਾ ਮਾਹੌਲ। ਅਕਾਲੀ ਦਲ ਵਾਲੇ ਕਹਿੰਦੇ ਵੀ ਸਾਡੇ ਵੀ ਮਾਹੌਲ ਬਹੁਤ ਵਧੀਆ ਰਿਹਾ। ਹੁਣ ਦੋ ਗੱਲਾਂ ਨੇ ਹਰਜੋਤ ਜੀ, ਅਸੀਂ ਇਹ ਸਮਝੀਏ, ਇੱਕ ਸਮਾਂ ਸੀ ਜਦੋਂ ਵੋਟਰ ਨੇ ਜਿਹੜੀ ਪਾਰਟੀ ਨੂੰ ਵੋਟ ਪਾਉਣੀ ਹੁੰਦੀ ਸੀ ਉਹਦੇ ਬੂਥ ਤੇ ਹੀ ਚਲਾ ਜਾਂਦਾ ਸੀ। ਬਿਲਕੁਲ। ਜਿਵੇਂ ਮੈਂ ਕਿਸੇ ਨੂੰ ਵੋਟ ਪਾਉਣੀ, ਕਿਸੇ ਨੂੰ ਪਸੰਦ ਕਰਦਾ ਸੀ, ਮੈਂ ਉਹਦੇ ਬੂਥ ਤੇ ਹੀ ਚਲਾ ਜਾਂਦਾ ਸੀ। ਹੁਣ ਮਾਹੌਲ ਬਦਲ ਗਿਆ। ਹੁਣ ਜੇ ਵੋਟ ਏ ਨੂੰ ਪਾਉਣੀ ਹੋਵੇ ਤੇ ਵੋਟਰ ਬੀ ਵਾਲੇ ਬੂਥ ਤੇ ਚਲਾ ਜਾਂਦਾ, ਤੇ ਬੀ ਵਾਲਾ ਵੋਟਰ ਬੀ ਵਾਲਾ ਵੀ ਖੁਸ਼ ਹੋ ਜਾਂਦਾ ਵੀ ਲਓ ਜੀ ਲਓ, ਆ ਸਾਡੀ ਵੋਟ ਆ ਗਈ। ਸੋ ਵੋਟਰ ਦਾ ਸਿਆਣਾ ਹੋ ਗਿਆ, ਉਹ ਕਿਸੇ ਹੋਰ ਬੂਥ ਤੇ ਚਲਾ ਜਾਂਦਾ ਤੇ ਵੋਟ ਕਿਸੇ ਹੋਰ ਨੂੰ ਪਾ ਦਿੰਦਾ। ਹੁਣ ਜਿਹੜੇ ਕਾਂਗਰਸ ਦੇ ਬੂਥ ਤੇ ਗਏ ਸੀ ਉਹਨਾਂ ਨੇ ਵੋਟ ਕਿਹਨੂੰ ਪਾਈ ਰੱਬ ਜਾਣਦਾ। ਜਿਹੜੇ ਬੀਜੇਪੀ ਦੇ ਬੂਥ ਤੇ ਗਏ ਸੀ ਉਹਨਾਂ ਨੇ ਵੋਟ ਕਿਹਨੂੰ ਪਾਈ ਇਹ ਵੀ ਰੱਬ ਜਾਣਦਾ। ਹਾਂ, ਆਮ ਆਦਮੀ ਪਾਰਟੀ ਦੇ ਬੂਥ ਤੇ ਜਿਹੜੇ ਗਏ ਉਹਨਾਂ ਨੇ ਵੋਟ ਕਿਹਨੂੰ ਪਾਈ ਇਹ ਵੀ ਰੱਬ ਜਾਣਦਾ। ਤੇ ਸਿਮਰਨਜੀਤ ਸਿੰਘ ਮਾਨ ਨਾਲ ਵੀ ਜਿਹੜੇ ਉਹਨਾਂ ਦੇ ਬੂਥ ਤੇ ਗਏ ਉਹਨਾਂ ਨੇ ਵੋਟ ਕਿਹਨੂੰ ਪਾਈ। ਇਸੇ ਤਰ੍ਹਾਂ ਅਕਾਲੀ ਦਲ ਨਾਲ। ਸੋ ਕੁੱਲ ਮਿਲਾ ਕੇ ਗੱਲ ਇੱਥੇ ਮੁੱਕਦੀ ਹੈ ਕਿ ਚੋਣਾਂ ਤੋਂ ਪਹਿਲਾਂ ਵੀ ਗੱਲ ਹੋ ਰਹੀ ਸੀ ਵੱਡੇ ਪੱਧਰ ਤੇ ਕਿ ਮੁਕਾਬਲਾ ਸਿਮਰਨਜੀਤ ਸਿੰਘ ਮਾਨ ਔਰ ਆਪਣੇ ਆਮ ਆਦਮੀ ਪਾਰਟੀ 'ਚ ਹੈ, ਤੇ ਚੋਣਾਂ ਤੋਂ ਬਾਅਦ ਵੀ ਇਹ ਗੱਲ ਹੋ ਰਹੀ ਹੈ ਕਿ ਮੁਕਾਬਲਾ ਤਾਂ ਇਹਨਾਂ ਦੋਹਾਂ 'ਚ ਹੈ। ਤੇ ਬੀਜੇਪੀ ਵਾਲੇ ਵੀ ਆਪਣੇ ਆਪ ਨੂੰ ਮੁਕਾਬਲੇ 'ਚ ਮੰਨਦੇ ਨੇ। ਕੁਝ ਪਰਸੈਂਟ ਲੋਕ ਬੀਜੇਪੀ ਦੀ ਗੱਲ ਵੀ ਮੇਰੇ ਨਾਲ ਉਹਨਾਂ ਨੇ ਕੀਤੀ। ਐ ਤਾਂ ਬਹੁਤ ਥੋੜੇ ਸੀ ਜਿਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਦੀ ਗੱਲ ਵੀ ਕੀਤੀ, ਪਰ ਜੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੀ ਆਸ ਨਹੀਂ ਸੀ, ਉਹਨਾਂ ਨੂੰ ਮਿਲ ਗਈਆਂ। ਇਸ ਵਾਰ ਵੀ ਹੋ ਸਕਦਾ ਉਹ ਜਿੱਤ ਜੇ ਜਿਹਦੀ ਆਸ ਨਹੀਂ ਸੀ। ਸੋ ਕਹਿ ਕੁਛ ਨਹੀਂ ਸਕਦੇ, ਪਰ ਵੋਟ ਪਰਸੈਂਟੇਜ ਬਹੁਤ ਘੱਟ ਹੋਈ ਹੈ। ਲੋਕ ਨਾਰਾਜ਼ ਸੀ। ਕਿਤੇ ਨਾ ਕਿਤੇ ਲੋਕਾਂ 'ਚ ਇਸ ਗੱਲ ਦੀ ਨਾਰਾਜ਼ਗੀ ਸੀ ਕਿ 1000 ਰੁਪਏ ਤੇ ਕਲੈਰਿਟੀ ਨਹੀਂ ਦਿੱਤੀ ਆਮ ਆਦਮੀ ਪਾਰਟੀ ਨੇ। ਅਗਰ ਆਮ ਆਦਮੀ ਪਾਰਟੀ ਦੱਸ ਦਿੰਦੀ ਵੀ ਅਸੀਂ ਕਦੋਂ 1000 ਰੁਪਇਆ ਖਾਤੇ 'ਚ ਪਾਵਾਂਗੇ। ਬਿਜਲੀ ਜਿਹੜੀ ਮੁਫਤ ਬਿਜਲੀ ਵਾਲੀ ਯੋਜਨਾ ਆਮ ਆਦਮੀ ਪਾਰਟੀ ਦੀ 1 ਜੁਲਾਈ ਤੋਂ ਸ਼ੁਰੂ ਹੋਣੀ ਹੈ। ਜਰਨਲ ਵਰਗ ਉਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਨਾ ਖੁਸ਼ ਦਿਖਿਆ ਹਰਜੋਤ ਜੀ। ਔਰ ਸਭ ਤੋਂ ਵੱਡੀ ਗੱਲ, ਅਗਰ ਭਗਵੰਤ ਮਾਨ ਸਾਹਿਬ ਇਹ ਸੀਟ ਨਾ ਜਿੱਤ ਸਕੇ ਹਰਜੋਤ ਜੀ, ਅਗਰ ਆਮ ਆਦਮੀ ਪਾਰਟੀ ਇਹ ਸੀਟ ਨਾ ਜਿੱਤ ਸਕੀ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਸਿਆਸੀ ਉਲਟ ਫੇਰ ਹੋਣ ਦੀ ਜ਼ਮੀਨ ਤਿਆਰ ਹੋਣੀ ਸ਼ੁਰੂ ਹੋ ਜਾਣੀ ਹੈ। ਉਹ ਕਿਉਂ? ਉਹ ਠੀਕ ਹੈ ਕਿ ਆਮ ਆਦਮੀ ਪਾਰਟੀ ਇਮਾਨਦਾਰੀ ਤੇ ਖੜੀ ਹੈ। ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਲੀਡਰ, ਛੋਟੇ ਲੀਡਰ ਇਮਾਨਦਾਰ ਹੈ। ਪਰ ਜਿਹੜੇ ਲੀਡਰ ਨੇ ਉਹਨਾਂ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਹੁਣ ਤੁਸੀਂ ਮਹਾਰਾਸ਼ਟਰ 'ਚ ਦੇਖ ਲਓ, ਉद्धਵ ਠਾਕਰੇ ਜੀ ਪ੍ਰਧਾਨ ਮੁੱਖ ਮੰਤਰੀ, ਤੇ ਉद्धਵ ਠਾਕਰੇ ਮੁੱਖ ਮੰਤਰੀ ਤੇ ਪ੍ਰਧਾਨ ਦੇ ਨਾਲ ਵਿਧਾਇਕ ਘੱਟ ਰਹਿ ਗਏ, ਏਕਨਾਥ ਸ਼ਿੰਦੇ ਜੀ ਨਾਲ ਜ਼ਿਆਦਾ ਹੋ ਗਏ। ਹਾਲ ਦੀ ਘੜੀ ਤਾਂ ਇਹ ਦਿਖ ਰਿਹਾ, ਫੋਟੋਆਂ ਜੋ ਆ ਰਹੀਆਂ ਨੇ। ਸੋ ਇਸ ਕਰਕੇ ਜਿਹੜੀ ਅੱਛਾ, ਉੱਥੇ ਮੈਂ ਸੁਣ ਰਿਹਾ ਸੀ ਕਈ ਲੀਡਰ ਕਹਿੰਦੇ ਬੀਜੇਪੀ ਵਾਲਿਆਂ ਨੂੰ ਉਹ ਇਲਜ਼ਾਮ ਲਾ ਰਹੇ, ਕਹਿੰਦੇ ਬੀਜੇਪੀ ਨੇ ਪੋਲੀਟੀਕਲ ਗੇਮ ਖੇਡੀ, ਸਾਡੇ ਨਾਲ ਧੱਕਾ ਕੀਤਾ, ਇਹਦੇ ਪਿੱਛੇ ਬੀਜੇਪੀ ਹੈ। ਤੇ ਕਈ ਲੀਡਰ ਕਹਿੰਦੇ ਇਹਦੇ ਪਿੱਛੇ ਬੀਜੇਪੀ ਨਹੀਂ, ਬਹੁਤ ਸਾਰੇ ਲੀਡਰ ਆਪ ਹੀ ਤਿਆਰ ਸੀ, ਉਹ ਪਹਿਲਾਂ ਹੀ ਮਨ ਬਣਾਈ ਬੈਠੇ ਸੀ। ਹੁਣ ਪੰਜਾਬ ਦੇ ਵਿੱਚ ਰਾਣਾ ਗੁਰਮੀਤ ਸਿੰਘ ਕੁਝ ਸਮਾਂ ਪਹਿਲਾਂ ਬਿਆਨ ਦੇ ਚੁੱਕੇ ਨੇ ਵੀ 21 ਲੀਡਰ ਸਾਡੇ ਸੰਪਰਕ 'ਚ, ਮੈਂ ਕੱਲ ਵੀ ਗੱਲ ਕੀਤੀ ਸੀ। ਸੋ ਜਿਹੜੇ ਸੰਪਰਕ ਵਾਲੇ ਹੁੰਦੇ ਆ, ਜੇ ਸੱਚਮੁੱਚ ਸੰਪਰਕ 'ਚ ਹੋਏ ਤੇ ਫਿਰ ਭਵਿੱਖ 'ਚ ਪੰਜਾਬ 'ਚ ਕੁਝ ਵੀ ਹੋ ਸਕਦਾ ਹੈ। ਕਿਉਂਕਿ ਜੇ ਬੀਜੇਪੀ ਆਪ ਕੁਝ ਨਹੀਂ ਕਰਦੀ
ਤਾਂ ਪਤਾ ਨਹੀਂ ਫਿਰ ਕਿਹੜੀ ਇਹੋ ਜਿਹੀ ਕੁਦਰਤੀ ਤਾਕਤ ਹੈ ਜਿਹੜੀ ਇਹੋ ਜਿਹਾ ਕੁਝ ਕਰਾ ਜਾਂਦੀ ਹੈ। ਕਈ ਸੂਬਿਆਂ 'ਚ ਹੋ ਚੁੱਕਿਆ। ਕੋਈ ਬਿਲਕੁਲ ਅਦ੍ਰਿਸ਼ ਸ਼ਕਤੀ ਹੈ, ਉਹਨੂੰ ਪਛਾਣਨਾ ਪਊਗਾ ਹਰਜੋਤ ਜੀ ਵੀ ਉਹ ਕਿਹੜੀ ਹੈ। ਸੋ ਇਸ ਬਿਲਕੁਲ ਕਰਕੇ ਬਿਲਕੁਲ ਆਮ ਆਦਮੀ ਪਾਰਟੀ ਵਾਲੇ ਤਿੜਕਦੇ ਨਹੀਂ, ਪਰ ਉਸ ਹੂੰ ਅਦ੍ਰਿਸ਼ ਸ਼ਕਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬਚਾ ਕੇ ਰੱਖਣਾ ਪੈਣਾ ਫਿਰ ਕੇਜਰੀਵਾਲ ਸਾਹਿਬ ਨੂੰ, ਭਗਵੰਤ ਮਾਨ ਸਾਹਿਬ ਨੂੰ। ਜੇ ਆਮ ਆਦਮੀ ਪਾਰਟੀ ਇਸ ਚੋਣ ਹਾਰ ਗਈ, ਜੇ ਜਿੱਤ ਗਈ, ਜੀ ਫਿਰ ਭਗਵੰਤ ਮਾਨ ਹੋਣਾ ਨੇ ਕਿਸੇ ਦੇ ਪੈਰ ਛੇਤੀ ਛੇਤੀ ਲੱਗਣ ਨਹੀਂ ਦੇਣੇ ਪੰਜਾਬ 'ਚ। ਅਗਰ ਇਹ ਸੀਟ ਭਗਵੰਤ ਮਾਨ ਹੋਣੀ ਜਿੱਤ ਗਏ, ਕਿਉਂਕਿ ਜਿੰਨੀਆਂ ਫਾਈਲਾਂ, ਜਿੰਨੀਆਂ ਸ਼ਿਕਾਇਤਾਂ ਵਿਜੀਲੈਂਸ ਬਿਊਰੋ 'ਚ ਪਈਆਂ, ਰੋਜ਼ ਇੱਕ ਲੀਡਰ ਗ੍ਰਿਫਤਾਰ ਕਰ ਸਕਦੀ ਹੈ ਵਿਜੀਲੈਂਸ ਬਿਊਰੋ ਜੇ ਇਮਾਨਦਾਰੀ ਨਾਲ ਜਾਂਚ ਕਰ ਲੇ। ਤੇ ਕੇਸ ਨਹੀਂ ਖਤਮ ਹੋਣੇ ਪੰਜਾਬ 'ਚ, ਲੀਡਰ ਮੁੱਕ ਜਾਣੇ ਆ। ਹੂੰ ਜਿਹੜੇ ਬਿਲਕੁਲ ਇਮਾਨਦਾਰ ਹੈ ਸਹੀ ਕਿਹਾ। ਜਿਹੜੇ ਇਮਾਨਦਾਰ ਹੈ ਉਹਨਾਂ ਨੂੰ ਕੋਈ ਖਤਰਾ ਨਹੀਂ ਭਾਈ। ਸਾਰੇ ਲੀਡਰ ਕਰਪਟ ਨਹੀਂ ਹੈ, ਉਹੀ ਕਰਪਟ ਨੇ ਜਿਨ੍ਹਾਂ ਦੇ ਖਿਲਾਫ ਕਰਪਸ਼ਨ ਦੀਆਂ ਸ਼ਿਕਾਇਤਾਂ ਨੇ। ਉਹ ਵੀ ਜੀ ਜਦੋਂ ਜੀ ਬਿਲਕੁਲ। ਸੋ ਅਸੀਂ ਫੇਰ ਹੀ ਉਹਨਾਂ ਨੂੰ ਕਰਪਟ ਕਵਾਂਗੇ, ਮਤਲਬ ਉਹਨਾਂ ਤੇ ਕਰਪਸ਼ਨ ਦੇ ਐਲੀਗੇਸ਼ਨ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਫਿਲਹਾਲ ਅਗਰ ਅਸੀਂ ਸੰਗਰੂਰ ਜ਼ਿਮਨੀ ਚੋਣਾਂ ਦੀ ਗੱਲ ਕਰਦੇ ਹਾਂ, ਮੁਕਾਬਲਾ ਸਾਫ਼ ਤੌਰ ਤੇ ਵਾਕਈ ਆਮ ਆਦਮੀ ਪਾਰਟੀ ਅਤੇ ਸਿਮਰਨਜੀਤ ਮਾਨ ਵਿਚਾਲੇ ਹੀ ਨਜ਼ਰ ਆ ਰਿਹਾ। ਸੋ 26 ਤਰੀਕ ਨੂੰ ਸਾਹਮਣੇ ਆ ਜਾਏਗਾ ਜਦੋਂ ਨਤੀਜਾ ਆਏਗਾ ਕਿ ਕੌਣ ਇੱਥੇ ਬਾਜ਼ੀ ਮਾਰਦਾ ਹੈ। ਸਾਰੀ ਤਸਵੀਰ ਜੋ ਹੈ ਸਾਫ਼ ਜ਼ਰੂਰ ਹੋ ਜਾਏਗੀ। ਪਰ ਨਾਲ ਦੀ ਨਾਲ ਡੱਲਾ ਜੀ, ਅੱਜ ਖਾਸ ਦਿਨ ਹੈ ਕਿ ਅੱਜ ਬਜਟ ਸੈਸ਼ਨ ਹੈ। ਸੋ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ ਇਸ ਬਜਟ ਸੈਸ਼ਨ ਦੇ ਉੱਪਰ। ਕਿਹੜੀ ਗੱਲ ਮੁੱਖ ਰਹਿਣ ਵਾਲੀ ਹੈ, ਕਿਹੜਾ ਮੁੱਦਾ ਤੁਹਾਨੂੰ ਲੱਗਦਾ ਹੈ ਮੁੱਖ ਰਹੇਗਾ? ਜ਼ਰੂਰ ਦੇਖੋ, ਬਜਟ ਸੈਸ਼ਨ ਕਿਉਂਕਿ ਪੂਰੇ ਪੰਜਾਬ ਦਾ ਬਜਟ ਆਣਾ, ਅੱਜ ਪਹਿਲੇ ਦਿਨ ਤਾਂ ਸ਼ਰਧਾਂਜਲੀਆਂ ਦੇਣਗੇ ਤੇ ਜੀ ਸ਼ੁੱਕਰਵਾਰ ਨੂੰ ਪਹਿਲਾ ਦਿਨ ਬਜਟ ਸੈਸ਼ਨ ਦਾ ਸ਼ੁਰੂ ਹੋਏਗਾ ਔਰ ਇਹ 30 ਜੂਨ ਤੱਕ ਚੱਲਣਾ ਹੈ ਬਜਟ ਸੈਸ਼ਨ। ਸੋ ਇੱਕ ਤਾਂ ਇਹ ਗੱਲ ਦੇਖਣ ਵਾਲੀ ਰਹੇਗੀ ਵੀ ਕੀ ਇਹ ਬਜਟ ਸੈਸ਼ਨ ਲਾਈਵ ਚੱਲੇਗਾ ਸਾਰਾ, ਕੀ ਵਿਰੋਧੀ ਧਿਰਾਂ ਵਾਲਿਆਂ ਨੂੰ ਵੀ ਲਾਈਵ ਬੋਲਣ ਦਾ ਮੌਕਾ ਮਿਲੇਗਾ? ਕਿਉਂਕਿ ਅਸੀਂ ਪਿਛਲੇ ਬਜਟ ਸੈਸ਼ਨ ਦੇਖੇ, ਕੈਪਟਨ ਅਮਰਿੰਦਰ ਸਿੰਘ ਜਦੋਂ ਬੋਲਦੇ ਸੀ ਤੇ ਲਾਈਵ ਚੱਲਦਾ ਸੀ, ਜਦੋਂ ਨਵਜੋਤ ਸਿੰਘ ਸਿੱਧੂ ਦੀ ਵਾਰੀ ਆਉਂਦੀ ਸੀ ਤੇ ਉਹ ਲਾਈਵ ਡਿਸਕਨੈਕਟ ਹੋ ਜਾਂਦਾ ਸੀ ਤੇ ਆਮ ਆਦਮੀ ਪਾਰਟੀ ਜਾਂ ਵਿਰੋਧੀਆਂ ਨੂੰ ਮੌਕਾ ਹੀ ਨਹੀਂ ਸੀ ਮਿਲਦਾ ਬੋਲਣ ਦਾ। ਜਿਹੜਾ ਪਹਿਲਾ ਬਜਟ ਸੈਸ਼ਨ ਸੀ ਆਮ ਆਦਮੀ ਪਾਰਟੀ ਦਾ, ਉਹ 'ਚ ਸਾਰੀਆਂ ਧਿਰਾਂ ਨੂੰ ਮੌਕਾ ਮਿਲਿਆ। ਉਹਦੇ ਲਈ ਆਮ ਆਦਮੀ ਪਾਰਟੀ ਵਧਾਈ ਦੀ ਪਾਤਰ ਹੈ। ਪਰ 26 ਜੂਨ ਨੂੰ ਨਤੀਜਾ ਕਿਸ ਤਰ੍ਹਾਂ ਦਾ ਆਉਂਦਾ? 24 ਜੂਨ ਨੂੰ ਕੱਲ ਪਹਿਲੇ ਦਿਨ ਸ਼ਰਧਾਂਜਲੀਆਂ ਨੇ, ਸ਼ੁੱਕਰਵਾਰ ਨੂੰ 25 ਤਰੀਕ ਹੈ, 25 ਤਰੀਕ ਨੂੰ ਬਜਟ ਦਾ ਪਹਿਲਾ ਦਿਨ ਹੈ, ਸ਼ਨੀਵਾਰ ਨੂੰ ਰਿਜ਼ਲਟ ਆਉਣਾ ਹੈ। ਸੋ ਸੰਗਰੂਰ ਜ਼ਿਮਨੀ ਚੋਣ ਦੇ ਰਿਜ਼ਲਟ ਨੇ ਜਿਹੜਾ ਜ਼ਾਇਕਾ ਹੈ ਬਜਟ ਸੈਸ਼ਨ ਦਾ ਉਹ ਬਦਲ ਦੇਣਾ ਹੈ। ਜੇ ਤਾਂ ਭਗਵੰਤ ਮਾਨ ਦੀ ਪਾਰਟੀ ਜਿੱਤ ਗਈ, ਫਿਰ ਤਾਂ ਬਜਟ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੂਰੇ ਸਖਤ ਤੇਵਰ ਹੋਣਗੇ, ਫਿਰ ਨਹੀਂ ਕੋਈ ਕਿਸੇ ਨੂੰ ਉਹ ਟਿਕਣ ਦਿੰਦੇ, ਫਿਰ ਸਵਾਲਾਂ ਦੇ ਜਵਾਬ ਵੀ ਮਿਲਣਗੇ। ਅਗਰ ਸੰਗਰੂਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਤੇ ਫਿਰ ਵਿਰੋਧੀ ਧਿਰਾਂ ਨੇ ਹਾਵੀ ਹੋ ਜਾਣਾ ਹੈ ਵਿਧਾਨ ਸਭਾ ਦੇ ਵਿੱਚ। ਉਂਝ ਚੁਣੌਤੀਆਂ ਇਸ ਬਜਟ ਸੈਸ਼ਨ 'ਚ ਬਹੁਤ ਨੇ। ਕਿਹੜਾ ਕਾਨੂੰਨ ਭਗਵੰਤ ਮਾਨ ਲੈ ਕੇ ਆਉਣਗੇ? ਜਿਹੜੇ 35-36 ਹਜ਼ਾਰ ਕੱਚੇ ਮੁਲਾਜ਼ਮ ਹੈ, ਭਗਵੰਤ ਮਾਨ ਕਹਿੰਦੇ ਸੀ ਇਸ ਬਜਟ ਸੈਸ਼ਨ 'ਚ ਅਸੀਂ ਪੱਕੇ ਕਰ ਦਾਂਗੇ। ਹੁਣ ਇਹ ਚੁਣੌਤੀ ਹੈ ਕਿ ਸੱਚਮੁੱਚ ਕਿਸੇ ਕਾਨੂੰਨ ਨਾਲ ਪੱਕੇ ਕਰ ਦੇਣਗੇ? ਜੇ ਕਰਤੇ ਤਾਂ ਬਹੁਤ ਚੰਗੀ ਗੱਲ ਹੈ, ਜੇ ਨਾ ਕਰ ਸਕੇ ਤਾਂ ਫਿਰ ਪੰਜਾਬ 'ਚ ਸਾਨੂੰ ਧਰਨੇ, ਪ੍ਰਦਰਸ਼ਨ, ਪਾਣੀ ਦੀਆਂ ਬੁਛਾਰਾਂ, ਲਾਠੀ ਚਾਰਜ ਦਿਖਣਗੇ। ਇਸ ਤੋਂ ਬਾਅਦ ਗੱਲ ਸ਼ੁਰੂ ਹੋ ਜਾਂਦੀ ਹੈ ਬਿਜਲੀ ਦੀ। ਇਸ ਬਜਟ ਸੈਸ਼ਨ 'ਚ ਬਿਜਲੀ ਨੂੰ ਲੈ ਕੇ, ਬਿਜਲੀ ਸਮਝੌਤਿਆਂ ਨੂੰ ਲੈ ਕੇ ਕੀ ਕੁਝ ਹੁੰਦਾ ਹੈ। ਫਿਰ ਮਨਪ੍ਰੀਤ ਬਾਦਲ ਨੇ 200 ਰੁਪਏ ਦਾ ਟੈਕਸ ਲਾਤਾ ਸੀ ਮੁਲਾਜ਼ਮਾਂ ਤੇ, ਜਿਹੜਾ ਉਹਨਾਂ ਦੇ ਅਦਾਰਿਆਂ ਨੂੰ ਜਾਂ ਕੰਪਨੀਆਂ ਨੂੰ ਦੇਣਾ ਪੈਂਦਾ ਸੀ, ਤੇ ਸਰਕਾਰੀ ਮੁਲਾਜ਼ਮਾਂ ਦਾ ਵੀ ਕੱਟਿਆ ਜਾਂਦਾ 200 ਰੁਪਏ ਟੈਕਸ। ਕੀ ਆਮ ਆਦਮੀ ਪਾਰਟੀ ਦੀ ਸਰਕਾਰ ਮਨਪ੍ਰੀਤ ਬਾਦਲ ਦਾ ਉਹ 200 ਰੁਪਏ ਦਾ ਟੈਕਸ, ਜਿਹਦੇ ਬਾਰੇ ਇੰਡਸਟਰੀ ਮੰਗ ਕਰਦੀ ਹੈ ਕਿ ਇਹਨੂੰ ਖਤਮ ਕਰੋ, ਕੀ ਖਤਮ ਕਰਨਗੇ ਹਰਪਾਲ ਚੀਮਾ ਜੀ? ਕਿਉਂਕਿ ਹਰਪਾਲ ਚੀਮਾ ਜੀ ਕਹਿ ਰਹੇ ਸੀ ਅਸੀਂ ਲੋਕਾਂ ਦੀ ਮਰਜ਼ੀ ਨਾਲ ਬਜਟ ਬਣਾਇਆ, ਲੋਕਾਂ ਤੋਂ ਓਪੀਨੀਅਨ ਲਿਆ ਗਿਆ ਸੀ, ਬਹੁਤ ਵੱਡੇ ਵੱਡੇ ਇਸ਼ਤਿਹਾਰ ਆਏ ਸੀ। ਇਹ ਨਿਰਭਰ ਕਰ ਕੀ ਕੋਈ ਨਵਾਂ ਟੈਕਸ ਤਾਂ ਨਹੀਂ ਲੱਗੇਗਾ? ਸ਼ਰਾਬ ਦੀ ਪਾਲਿਸੀ ਨੂੰ ਲੈ ਕੇ ਪਹਿਲਾਂ ਹੀ ਸਵਾਲ ਬਹੁਤ ਸਾਰੇ ਖੜੇ ਹੋ ਚੁੱਕੇ ਨੇ। ਐਕਸਾਈਜ਼ ਪਾਲਿਸੀ ਦਾ ਇੰਤਜ਼ਾਰ ਰਹੂਗਾ, ਰੇਤੇ ਵਾਲੀ ਪਾਲਿਸੀ ਦਾ। ਸੋ ਚੁਣੌਤੀਆਂ ਹੀ ਚੁਣੌਤੀਆਂ ਨੇ। ਬਿਜਲੀ ਤੇ ਵੀ ਮੈਂ ਗੱਲ ਕਰ ਦਿੰਦਾ। 1 ਜੁਲਾਈ ਤੋਂ ਬਿਜਲੀ ਸਬਸਿਡੀ ਸ਼ੁਰੂ ਹੋ ਜਾਣੀ ਹੈ, ਅੱਜ ਤੋਂ 7-8 ਦਿਨਾਂ ਬਾਅਦ। ਜਿਹੜਾ ਸਾਡਾ ਪਾਵਰਕਾਮ ਹੈ ਉਹਨੂੰ ਸਿਰਫ 3300 ਕਰੋੜ ਰੁਪਏ ਦਿੱਤੇ ਨੇ ਹਜੇ ਤੱਕ ਨਵੀਂ ਸਰਕਾਰ ਨੇ। ਹਜੇ ਵੀ ਪਾਵਰਕਾਮ ਦੇ ਸਿਰ ਤੇ ਮੈਂ ਕਾਗਜ਼ ਤੇ ਲਿਖ ਕੇ ਰੱਖੀ ਬੈਠਾ ਹਰਜੋਤ ਜੀ,
ਪਾਵਰਕਾਮ ਦੇ ਸਿਰ ਤੇ ਹਜੇ ਵੀ ਬਹੁਤ ਸਾਰੀ ਸਬਸਿਡੀ ਹੈ ਜਿਹੜੀ ਦੇਣ ਵਾਲੀ ਬਾਕੀ ਹੈ। 9000 ਕਰੋੜ ਦੀ ਸਬਸਿਡੀ ਬਾਕੀ ਹੈ ਜਿਹੜੀ ਸਰਕਾਰ ਨੇ ਪਾਵਰਕਾਮ ਨੂੰ ਦੇਣੀ ਹੈ। ਇਹ ਇੱਕ ਗੱਲ ਹੈ। ਹੁਣ 1 ਜੁਲਾਈ ਤੋਂ 300 ਯੂਨਿਟ ਬਿਜਲੀ ਦੇ ਮੁਫਤ ਸ਼ੁਰੂ ਹੋਣੇ ਨੇ। ਜਦੋਂ ਅਸੀਂ ਪਿਛਲੀਆਂ ਸਰਕਾਰਾਂ ਦੀ ਗੱਲ ਕਰਦੇ ਹਾਂ ਤੇ 200 ਯੂਨਿਟ ਜਿਹੜੇ ਐਸਸੀ ਭਾਈਚਾਰੇ ਨੂੰ ਦਿੱਤੇ ਜਾਂਦੇ ਸੀ ਮੁਫਤ, ਤੇ ਪਿਛਲੀਆਂ ਸਰਕਾਰਾਂ ਨੇ ਉਹਦਾ ਇੱਕ ਔਸਤ ਕੱਢਿਆ ਕਿ ਜਦੋਂ ਅਸੀਂ 200 ਯੂਨਿਟ ਮੁਫਤ ਬਿਜਲੀ ਦਿੰਨੇ ਆ ਤੇ ਖਪਤ ਕਿੰਨੀ ਹੁੰਦੀ ਹੈ। ਉਹਦੀ ਐਵਰੇਜ 125 ਤੋਂ 150 ਯੂਨਿਟ ਦੀ ਆਉਂਦੀ ਸੀ ਜੀ। ਜਿਹੜੇ 200 ਯੂਨਿਟ ਮੁਫਤ ਦਿੱਤੇ ਜਾਂਦੇ ਸੀ ਐਸਸੀ ਭਾਈਚਾਰੇ ਨੂੰ, ਉਹਦੀ ਔਸਤ ਖਪਤ ਆਉਂਦੀ ਸੀ 125 ਤੋਂ 150 ਯੂਨਿਟ ਬਿਜਲੀ, ਤੇ ਉਹ ਸਰਕਾਰ ਤੇ 4000 ਕਰੋੜ ਦੀ ਸਬਸਿਡੀ ਦਾ ਬੋਝ ਪੈਂਦਾ ਸੀ। ਸੋ ਸਰਕਾਰ 4000 ਕਰੋੜ ਰੁਪਇਆ ਪਾਵਰਕਾਮ ਨੂੰ ਦੇ ਦਿੰਦੀ ਸੀ ਤੇ ਪਾਵਰਕਾਮ ਬਿਜਲੀ ਮੁਫਤ ਦਿੰਦਾ ਰਹਿੰਦਾ ਸੀ ਤੇ ਖਰੀਦ ਬਿਜਲੀ ਦੀ ਹੁੰਦੀ ਰਹਿੰਦੀ ਸੀ। ਹੁਣ ਜੇ 300 ਯੂਨਿਟ ਮੁਫਤ ਬਿਜਲੀ ਦੇ ਦੇਤੇ ਸਾਰਿਆਂ ਨੂੰ, ਕਿਉਂਕਿ ਭਗਵੰਤ ਮਾਨ ਜੀ ਕਹਿੰਦੇ ਵੀ ਜੇ 300 ਯੂਨਿਟ ਤੋਂ ਘੱਟ ਬਿੱਲ ਆਇਆ ਤਾਂ ਬਿੱਲ ਮਾਫ ਹੈ। ਸੋ 74 ਲੱਖ ਸਬਸਕ੍ਰਾਈਬਰ ਨੇ, ਜਿਵੇਂ ਸੋਸ਼ਲ ਮੀਡੀਆ ਦੇ ਚੈਨਲਾਂ ਦੇ ਹੁੰਦੇ ਆ ਨਾ ਜੀ, ਇਸੇ ਤਰ੍ਹਾਂ 74 ਲੱਖ ਸਬਸਕ੍ਰਾਈਬਰ ਨੇ ਪੰਜਾਬ ਜਿਹੜੀ PSPCL ਹੈ ਪਾਵਰਕਾਮ। ਤੇ ਜੇ 300 ਯੂਨਿਟ ਮੁਫਤ ਬਿਜਲੀ ਇੰਨੇ ਲੋਕਾਂ ਨੇ ਵਰਤ ਲਈ, ਹਾਲਾਂਕਿ ਸਾਰੇ ਤਾਂ ਨਹੀਂ ਵਰਤ ਸਕਦੇ, ਅਸੀਂ ਮੰਨ ਲਈਏ ਕਿ ਅਗਰ ਇਹ ਪੂਰੀ ਸਬਸਿਡੀ, ਇਹ ਫਾਇਦਾ ਲੋਕਾਂ ਨੂੰ ਮਿਲ ਜਾਂਦਾ ਤੇ ਫਿਰ 13000 ਕਰੋੜ ਦਾ ਵਾਧੂ ਬੋਝ ਹੈ। 13000 ਕਰੋੜ। ਔਰ ਜਿਹੜਾ ਸਾਡਾ ਖੇਤੀ ਸੈਕਟਰ ਹੈ ਉਹਦੇ ਤੇ ਪਹਿਲਾਂ ਹੀ 7000 ਕਰੋੜ ਦਾ, ਕਿਉਂਕਿ ਸਾਡੇ 14 ਲੱਖ ਤੋਂ ਜ਼ਿਆਦਾ ਟਿਊਬਵੈਲ ਹੈ, ਉਹ ਪਹਿਲਾਂ ਹੀ 7000 ਕਰੋੜ ਦਾ ਬਿਜਲੀ ਦਾ ਜਿਹੜਾ ਹੈਗਾ ਉਹ ਸਬਸਿਡੀ ਚੱਲ ਰਹੀ ਹੈ। ਸੋ ਇਹ ਫਿਰ ਬਹੁਤ ਇੱਕ ਵੱਡਾ ਜਿਹੜਾ ਘਾਟਾ ਹੈ ਉਸ ਪਾਸੇ ਪਾਵਰਕਾਮ ਜਾਏਗਾ ਜੇ ਸਰਕਾਰ ਮਦਦ ਨਹੀਂ ਕਰਦੀ। ਹੁਣ ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਜੀ ਜਾਂ ਦੂਸਰੇ ਵੱਡੇ ਲੀਡਰਾਂ ਨੇ ਕਿਹਾ ਸੀ ਅਸੀਂ 20-25 ਹਜ਼ਾਰ ਕਰੋੜ ਰੇਤੇ ਤੋਂ, ਸ਼ਰਾਬ ਤੋਂ ਕਮਾ ਲਾਂਗੇ। ਹਾਲਾਂਕਿ ਉਦੋਂ ਤਾਂ ਉਹ 50,000 ਕਹਿੰਦੇ ਸੀ ਵੀ ਕਰਪਸ਼ਨ ਕੰਟਰੋਲ ਕਰਕੇ ਪੈਸੇ ਬਚਾ ਲਾਂਗੇ, ਰੇਤੇ ਦੇ ਕਰਪਸ਼ਨ ਤੋਂ ਬਚਾ ਲਾਂਗੇ। ਹੁਣ ਇਹ ਪੈਸਾ ਆਊਗਾ ਕਿੱਥੋਂ? ਬਸ ਗੱਲ ਇੱਥੇ ਆ ਕੇ ਖੜ ਗਈ ਜਿੱਥੇ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਵੀ ਸਾਡੀ ਅਸਲ ਸਮੱਸਿਆ ਪੈਸੇ ਦੀ ਜਨਰੇਸ਼ਨ ਹੈ, ਪੈਸਾ ਆਊਗਾ ਕਿੱਥੋਂ? ਹੁਣ ਜਿਹੜੀ ਸ਼ਰਾਬ ਪਾਲਿਸੀ ਹੈ ਉਹ 40% ਦੇ ਵਾਅਦੇ ਨਾਲ ਮਸਾਂ ਕੁੱਲ 9000, 9500, 10000 ਕਰੋੜ ਦਾ ਟੀਚਾ ਰੱਖਦੀ ਹੈ। ਪਿਛਲੀ ਵਾਰ ਨਾਲੋਂ 40%, ਮਤਲਬ ਕਿ 4000 ਕਰੋੜ ਦਾ ਪ੍ਰੋਫਿਟ, ਜਦਕਿ ਚਾਹੀਦਾ ਸੀ 15-20 ਹਜ਼ਾਰ ਕਰੋੜ ਦਾ ਓਵਰਆਲ ਪ੍ਰੋਫਿਟ ਸਾਡੀ ਸੂਬੇ ਦੀ ਸਰਕਾਰ ਨੂੰ। ਸੋ ਹਰਜੋਤ ਜੀ, ਇਹ ਵੀ ਬਹੁਤ ਵੱਡੀ ਚੁਣੌਤੀ ਹੈ। ਹੁਣ ਅਸਲ ਚੁਣੌਤੀਆਂ ਭਗਵੰਤ ਮਾਨ ਜੀ ਦੇ ਅੱਗੇ ਸ਼ੁਰੂ ਹੋਣਗੀਆਂ 1 ਜੁਲਾਈ ਤੋਂ, ਕਿਉਂਕਿ ਪਿਛਲਾ ਬਜਟ ਤਾਂ ਜਿਹੜਾ ਕੰਮ ਚਲਾਊ ਬਜਟ ਸੀ ਚੱਲ ਗਿਆ। ਹੁਣ 1 ਜੁਲਾਈ ਤੋਂ ਪਤਾ ਲੱਗੂਗਾ। ਔਰ ਇਹ ਵੀ ਅੰਦਾਜ਼ੇ ਨੇ ਕਿ ਜਦੋਂ ਦੀ ਸਰਕਾਰ ਬਣੀ ਹੈ ਭਗਵੰਤ ਮਾਨ ਜੀ ਦੀ, ਹੁਣ ਤੱਕ ਭਗਵੰਤ ਮਾਨ ਜੀ ਦੀ ਸਰਕਾਰ ਵੀ 9000 ਕਰੋੜ ਤੋਂ ਜ਼ਿਆਦਾ ਦਾ ਕਰਜ਼ ਲੈ ਚੁੱਕੀ ਹੈ। ਬਿਲਕੁਲ। ਤੇ ਜੇ ਸਰਕਾਰ ਪਹਿਲਾਂ ਹੀ ਕਰਜ਼ ਲੈ ਕੇ ਚੱਲ ਰਹੀ ਹੈ ਤੇ ਫਿਰ ਬਿਜਲੀ ਬੋਰਡ ਦੀ ਮੁਫਤ ਬਿਜਲੀ ਦਾ ਵਾਧੂ ਬੋਝ ਸਰਕਾਰ ਕਿੱਥੋਂ ਦਊਗੀ? ਰੱਬ ਸੁੱਖ ਰੱਖੇ ਕਿਤੇ ਇਹ ਨਾ ਹੋਵੇ ਸਾਡਾ ਕਿਤੇ ਸਰਕਾਰੀ ਅਦਾਰਾ ਹੀ ਹੱਥ ਖੜੇ ਕਰ ਜੇ। ਬਿਲਕੁਲ ਬਿਲਕੁਲ। ਸੋ ਬਹੁਤ ਵੱਡੀ ਚੁਣੌਤੀ ਹੈ ਭਗਵੰਤ ਮਾਨ ਜੀ ਅੱਗੇ। ਹੁਣ ਤੱਕ ਭਗਵੰਤ ਮਾਨ ਸਾਹਿਬ ਦਾ ਜਿਹੜਾ ਸੀਗਾ ਉਹ ਕਹਿੰਦੇ ਸੀ ਕਿ ਉਹ ਨਵਾਂ ਜਦੋਂ ਅਸੀਂ ਨਵੇਂ ਕਾਲਜ 'ਚ ਦਾਖਲਾ ਲੈਨੇ ਆ ਨਾ ਜੀ ਹਰਜੋਤ ਜੀ, 2-3 ਮਹੀਨੇ ਪ੍ਰੋਫੈਸਰ ਕੁਝ ਨਹੀਂ ਕਹਿੰਦੇ, ਲੇਟ ਵੀ ਆ ਜਾਓ, ਪੂਰਾ ਦੇਰ ਨਾਲ ਵੀ ਆ ਜਾਓ, 2-3 ਮਹੀਨੇ ਉਹ ਕੁਝ ਨਹੀਂ ਕਹਿੰਦੇ। ਜਿਵੇਂ ਨਵਾਂ ਸਾਈਕਲ 2 ਮਹੀਨੇ ਬਹੁਤ ਰਵਾਂ ਚੱਲਦਾ ਹੈ, 2-2.5 ਮਹੀਨੇ ਬਾਅਦ ਫਿਰ ਉਹਦੀ ਚੈਨ ਉਤਰਨੀ ਸ਼ੁਰੂ ਕਰਦੀ ਹੈ ਜੇ ਗਰੀਸ ਗਰੂਸ ਨਾ ਪ੍ਰੋਪਰ ਹੋਵੇ। ਤੇ ਉਹੀ ਸਥਿਤੀ ਬਣੀ ਹੋਈ ਹੈ। ਹੁਣ 3 ਮਹੀਨੇ ਨਿਕਲ ਗਏ ਵੀ ਸਰਕਾਰ ਨਵੀਂ ਹੈ, ਸਰਕਾਰ ਨੂੰ ਸਮਾਂ ਦੇ ਦਿਓ, ਸਰਕਾਰ ਨਵੀਂ ਹੈ। 1 ਜੁਲਾਈ ਤੋਂ ਜਿਹੜੇ ਸਾਰੇ ਵਿਰੋਧੀ ਬੱਬਰ ਸ਼ੇਰ ਨੇ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਾ ਪਾਉਣਾ ਸ਼ੁਰੂ ਕਰ ਦੇਣਾ ਤੇ ਮੀਡੀਆ ਵੀ ਦਿਨ ਬ ਦਿਨ ਤਿੱਖਾ ਹੁੰਦਾ ਜਾਂਦਾ ਭਗਵੰਤ ਮਾਨ ਦੀ ਸਰਕਾਰ ਤੇ। ਜਿਹੜਾ ਸਾਡਾ ਨਿਰਪੱਖ ਮੀਡੀਆ ਪੰਜਾਬ ਦਾ, ਉਹਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਭਗਵੰਤ ਮਾਨ ਨਾਲ ਕੋਈ ਨਿੱਜੀ ਨਾਰਾਜ਼ਗੀ ਨਹੀਂ। ਲੇਕਿਨ ਮਸਲਾ ਇਹ ਹੈ ਵੀ ਹੁਣ ਪੈਸੇ ਦੀ ਜਨਰੇਸ਼ਨ ਕਿਵੇਂ ਹੋਊਗੀ
ਕਿਉਂਕਿ ਪੈਸਾ ਬਣਨਾ ਸੂਬੇ ਲਈ ਜ਼ਰੂਰੀ ਹੈ। ਇਹ ਕਿਵੇਂ ਬਣਦਾ ਹੈ? ਤੇ ਬਜਟ 'ਚ ਟੈਕਸ ਵੀ ਕੋਈ ਨਾ ਲੱਗੇ। ਦੇਖੋ ਇਹ ਵੀ ਗੱਲ ਹੁੰਦੀ ਹੈ, ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਕੋਈ ਟੈਕਸ ਨਹੀਂ ਲਾਵਾਂਗੇ। ਸੋ ਬੜੀ ਚੁਣੌਤੀ ਵਾਲੀ ਗੱਲ ਹੈ ਜਿਹੜੀ ਅੱਜ ਹੀ ਸ਼ੁਰੂ ਹੋ ਜਾਣੀ ਹੈ। ਦੇਖਦੇ ਹਾਂ ਹਰਜੋਤ ਜੀ, ਅਸੀਂ ਵੀ ਗਵਾਹ ਬਣਾਂਗੇ ਕਿ ਬਦਲਾਅ ਹੈ ਜਿਹੜਾ ਉਹ ਕਿੰਨਾ ਕੁ ਸਾਰਥਕ ਰਹਿੰਦਾ ਹੈ। ਬਿਲਕੁਲ ਬਿਲਕੁਲ ਸਹੀ ਤੁਸੀਂ ਕਿਹਾ, ਕਿਉਂਕਿ ਪੰਜਾਬ ਸਰਕਾਰ ਅਗਰ ਅਸੀਂ ਮੁੱਖ ਮੰਤਰੀ ਦੀ ਗੱਲ ਕਰੀਏ ਭਗਵੰਤ ਮਾਨ, ਉਹਨਾਂ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਨੇ। ਜਿੰਨੇ ਵਾਅਦੇ ਉਹਨਾਂ ਨੇ ਪਹਿਲਾਂ ਕੀਤੇ ਸੀ, ਉਹ ਵਾਅਦੇ ਕਿਸ ਤਰੀਕੇ ਨਾਲ ਉਹਨੂੰ ਪੂਰੇ ਕਰਦੇ ਨੇ, ਕਿਉਂਕਿ ਪੰਜਾਬ ਦੀ ਜਨਤਾ ਦੀਆਂ ਉਮੀਦਾਂ ਤੇ ਆਸਾਂ ਉਹਨਾਂ ਤੋਂ ਬਰਕਰਾਰ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ। ਸੋ ਪਹਿਲੀਆਂ ਹੀ ਪੂਰੀਆਂ ਨਹੀਂ ਹੋਈਆਂ ਗੱਲਾਂ, ਤਾਂ ਅੱਗੋਂ ਅੱਗੋਂ ਹੋਰ ਕੀ ਉਹ ਨਵਾਂ ਪੰਜਾਬ ਲਈ ਕਰਨਗੇ, ਕਾਫੀ ਵੇਖਣ ਵਾਲੀ ਸਥਿਤੀ ਰਹੇਗੀ। ਹਾਲਾਂਕਿ ਬਜਟ ਸੈਸ਼ਨ ਤੇ ਵੀ ਸਭ ਦੀਆਂ ਨਜ਼ਰਾਂ ਲਗਾਤਾਰ ਬਣੀਆਂ ਰਹਿਣਗੀਆਂ ਕਿ ਕੀ ਖਾਸ ਪੇਸ਼ ਕਰਦੀ ਬਿੱਲ ਜਾਂ ਕੀ ਨਵਾਂ ਕੁਝ ਲੈ ਕੇ ਆਉਂਦੀ ਹੈ ਪੰਜਾਬ ਸਰਕਾਰ। ਅਤੇ ਡੱਲਾ ਜੀ, ਇੱਕ ਹੋਰ ਖੇਤੀ ਘੁਟਾਲੇ ਬਾਰੇ ਗੱਲ ਕਰਨਾ ਚਾਹਾਂਗੇ, ਜੋ ਬੜਾ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਚੱਲ ਰਿਹਾ। ਖੇਤੀ ਘੁਟਾਲਾ ਕੀ ਹੈ ਤੇ ਕਿਸ ਤਰ੍ਹਾਂ ਦਾ ਘੁਟਾਲਾ ਹੋਇਆ ਤੇ ਆਖਿਰ ਕਿਉਂ ਸੁਰਖੀਆਂ ਵਿੱਚ ਬਣਿਆ ਹੋਇਆ ਨਾ? ਦੇਖੋ, ਭਗਵੰਤ ਮਾਨ ਦੀ ਸਰਕਾਰ ਦੀ ਇਹ ਪ੍ਰਾਪਤੀ ਰਹੀ ਹੈ ਕਿ ਇਹਨਾਂ ਨੇ ਕਰਪਸ਼ਨ ਖਿਲਾਫ ਜੰਗ ਕਾਫੀ ਹੱਦ ਤੱਕ ਜਿੱਤੀ ਹੈ। ਸੋ ਕਰਪਸ਼ਨ ਦੇ ਬਹੁਤ ਸਾਰੇ ਵਿਜੀਲੈਂਸ ਕੋਲੇ ਜਾਂਚ ਤੇ ਮਾਮਲੇ ਨੇ, ਜਿਨ੍ਹਾਂ ਤੇ ਆਉਂਦੇ ਦਿਨਾਂ 'ਚ ਹੋਰ ਕਾਰਵਾਈ ਹੋਣ ਦੀ ਵੀ ਉਮੀਦ ਹੈ। ਹੁਣ ਖੇਤੀ ਘੁਟਾਲੇ ਦੇ ਵਿੱਚ ਤਾਂ ਮੈਂ ਇਹ ਕਹੂੰਗਾ, ਇਹਦੇ 'ਚ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ। ਜਿਹੜੇ ਚਰਨਜੀਤ ਚੰਨੀ ਦੀ ਸਰਕਾਰ 'ਚ ਸਾਬਕਾ ਮੰਤਰੀ ਸੀ ਰਣਦੀਪ ਸਿੰਘ ਕਾਕਾ ਜੀ, ਜਿਹੜੇ ਕਿ ਬਹੁਤ ਇਸ ਵਾਰ ਜਿੱਤ ਨਹੀਂ ਸਕੇ, ਲੇਕਿਨ ਉਹ ਵੀ ਇੱਕ ਚੰਗੇ ਜਨ ਆਧਾਰ ਵਾਲੇ ਵਿਧਾਇਕ ਰਹੇ ਨੇ। ਉਹ ਮੰਤਰੀ ਬਣੇ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ 'ਚ ਲਿਆਂਦਾ ਕਿ ਪੰਜਾਬ 'ਚ 1100 ਕਰੋੜ ਰੁਪਏ ਦੇ ਆਸ-ਪਾਸ ਦਾ ਇੱਕ ਘਪਲਾ ਹੋਇਆ। ਪੈਸੇ ਕੇਂਦਰ ਤੋਂ ਆਏ, ਕਿਉਂਕਿ ਤੁਹਾਨੂੰ ਯਾਦ ਹੋਣਾ ਹਰਜੋਤ ਜੀ, ਅਰਵਿੰਦ ਕੇਜਰੀਵਾਲ ਜੀ ਦਿੱਲੀ 'ਚ ਹਮੇਸ਼ਾ ਕਹਿੰਦੇ ਸੀ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਨੇ ਤੇ ਦਿੱਲੀ 'ਚ ਪ੍ਰਦੂਸ਼ਣ ਹੁੰਦਾ। ਤੇ ਫਿਰ ਦਿੱਲੀ 'ਚ ਬਹੁਤ ਰੌਲਾ ਰੱਪਾ ਪਿਆ, ਪਾਰਲੀਮੈਂਟ ਤੱਕ ਗੱਲ ਗਈ 2018-2019 'ਚ। ਤੇ ਫਿਰ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਇੱਕ ਯੋਜਨਾ ਬਣਾਉਣੇ ਆ, CRM, ਅਸੀਂ ਕ੍ਰੌਪ ਰੈਜ਼ੀਡੂਅਲ ਮੈਨੇਜਮੈਂਟ, ਜਿਹੜਾ ਫਸਲਾਂ ਦੀ ਰਹਿੰਦ ਖੂੰਹਦ ਹੈ ਉਹਦੇ ਪ੍ਰਬੰਧ ਲਈ ਇੱਕ ਸਕੀਮ ਬਣਾਈ ਹੈ ਕੇਂਦਰ ਨੇ, ਔਰ ਜਿਹਦੇ 'ਚ ਉਹਨਾਂ ਨੇ 2018-19 ਤੋਂ ਪੈਸੇ ਭੇਜਣੇ ਸ਼ੁਰੂ ਕਰਤੇ। ਉਹਨਾਂ ਨੇ 2018-19 'ਚ ਭੇਜੇ ਜੀ ਲਗਭਗ 269 ਕਰੋੜ ਰੁਪਏ ਭੇਜੇ। 2019-20 'ਚ 272 ਕਰੋੜ ਭੇਜੇ। 2020-21 'ਚ 304 ਕਰੋੜ ਭੇਜੇ। 2021-22 'ਚ 331 ਕਰੋੜ ਭੇਜੇ। ਕੁਝ ਲੱਖ ਸਾਰਿਆਂ ਦੇ ਉੱਤੇ ਵਾਧੂ ਸੀ। ਸੋ 1178 ਕਰੋੜ ਰੁਪਏ ਇਹ 2018 ਤੋਂ 22 ਤੱਕ ਭੇਜੇ ਕੇਂਦਰ ਸਰਕਾਰ ਨੇ। ਔਰ ਜਦੋਂ ਭੇਜਣੇ ਸ਼ੁਰੂ ਕੀਤੇ ਉਦੋਂ ਕਿਹਾ ਗਿਆ ਵੀ ਤੁਸੀਂ ਮਸ਼ੀਨਾਂ ਖਰੀਦੋ ਕਿਸਾਨਾਂ ਨੂੰ, ਤਾਂ ਕਿ ਉਹਨਾਂ ਨੂੰ ਜਿਹੜੀ ਪਰਾਲੀ ਹੈ ਸਾੜਨੀ ਨਾ ਪਵੇ, ਫਸਲਾਂ ਦੀ ਜਿਹੜੀ ਰਹਿੰਦ ਖੁੰਹਦ ਹੈ ਉਹ ਬਰਬਾਦ ਨਾ ਹੋਵੇ। ਇਹਨਾਂ ਮਸ਼ੀਨਾਂ ਨਾਲ ਉਹ ਵੇਸਟ ਮੈਨੇਜਮੈਂਟ ਕੀਤੀ ਜਾਵੇ ਤੇ ਮਸ਼ੀਨ ਬੈਂਕ ਬਣਾਓ, ਜਿੱਥੋਂ ਕਿਸਾਨ ਜਿਹਨੂੰ ਲੋੜ ਹੋਵੇ ਉਹ ਮਸ਼ੀਨ ਲੈ ਜੇ, ਉੱਥੇ ਧਰ ਜੇ। ਜਿਵੇਂ ਆਪਾਂ ਬੈਂਕਾਂ 'ਚ ਆਪਣੇ ਪੈਸੇ ਜਮ੍ਹਾਂ ਕਰਾ ਦਿੰਦੇ ਹਾਂ, ਕਢਾ ਲਿਆਉਂਦੇ ਹਾਂ। ਤੇ ਜਦੋਂ ਕਾਕਾ ਰਣਦੀਪ ਸਿੰਘ ਜੀ ਮੰਤਰੀ ਬਣੇ, ਉਹ ਬੜੇ ਹੈਰਾਨ ਹੋਏ। ਉਹਨਾਂ ਨੇ ਪਤਾ ਕਰਨਾ ਸ਼ੁਰੂ ਕੀਤਾ, ਕਿਸੇ ਨੇ ਹੱਥ ਪੱਲਾ ਹੀ ਨਹੀਂ ਫੜਾਇਆ। ਕਾਕਾ ਰਣਦੀਪ ਸਿੰਘ ਜੀ ਕਹਿੰਦੇ ਵੀ ਮੇਰੇ ਕੋਲੇ ਠੋਸ ਜਾਣਕਾਰੀ ਨਹੀਂ ਮਿਲੀ ਵੀ ਕਿੰਨੀਆਂ ਮਸ਼ੀਨਾਂ ਕਿੱਥੇ ਖੜੀਆਂ, ਕਿਵੇਂ ਖਰੀਦੀਆਂ ਗਈਆਂ, ਕਿੱਥੇ ਕਿੱਥੇ ਪੈਸਾ ਵਰਤਿਆ ਗਿਆ। ਤੇ ਉਹਨਾਂ ਨੇ ਅਫਸਰਾਂ ਨੂੰ ਵੀ, ਮਹਿਕਮਿਆਂ ਦਿਆਂ ਨੂੰ ਲਿਖਿਆ, ਚਰਨਜੀਤ ਚੰਨੀ ਜੀ ਦੇ ਧਿਆਨ 'ਚ ਵੀ ਲਿਆਂਦਾ, ਮੰਤਰੀ ਮੰਡਲ ਦੀ ਬੈਠਕ 'ਚ ਵੀ ਗੱਲ ਤੁਰੀ, ਪਰ ਕਹਿੰਦੇ ਕੁਝ ਨਹੀਂ ਹੋਇਆ। ਭਾਵੇਂ ਮੁੱਖ ਮੰਤਰੀ ਉਹ ਸੀ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਪਰ ਚਰਨਜੀਤ ਚੰਨੀ ਜੀ ਇਸ ਮਸਲੇ ਦਾ ਹੱਲ ਨਹੀਂ ਕਰ ਸਕੇ। ਔਰ ਨਾ ਤਸੱਲੀ ਬਖਸ਼ ਜਵਾਬ ਕੋਈ ਕਾਕਾ ਰਣਦੀਪ ਜੀ ਨੂੰ ਮਿਲਿਆ। ਕਾਕਾ ਰਣਦੀਪ ਜੀ ਵੀ ਇੱਕ ਇਮਾਨਦਾਰ ਮੰਤਰੀ ਦੇ ਤੌਰ ਤੇ ਵਿਚਰੇ। ਉਹਨਾਂ ਨੇ ਕਾਫੀ ਮਿਹਨਤ ਕੀਤੀ ਇਸ ਮਹਿਕਮੇ 'ਚ। ਅਖੀਰ 'ਚ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਧਿਆਨ 'ਚ ਲਿਆਤਾ ਵੀ ਆ 1178 ਕਰੋੜ ਰੁਪਏ ਸੀ। ਔਰ ਕੱਲ ਇੱਕ ਬਹੁਤ ਵੱਡੇ ਪੰਜਾਬੀ ਦੇ ਅਖਬਾਰ ਨੇ ਵੀ ਇਹਦੇ ਬਾਰੇ ਮੁਕੰਮਲ ਰਿਪੋਰਟ ਛਾਪੀ ਹੈ ਹਰਜੋਤ ਜੀ, ਜਿੱਥੋਂ ਮੈਂ ਪੜ੍ਹੀ ਸਾਰੀ ਜਾਣਕਾਰੀ, ਫਿਰ ਮੈਂ ਪਰਤਾਂ ਫਰੋਲੀਆਂ ਕਾਫੀ। ਸੋ ਮੈਨੂੰ ਲੱਗਦਾ ਕਿ ਦੇਸ਼ ਦੀ ਜਿਹੜੀ ਈਡੀ ਹੈ, ਈਡੀ ਨੇ ਵੀ ਇਹਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਐਨਫੋਰਸਮੈਂਟ ਡਾਇਰੈਕਟੋਰੇਟ ਨੇ।
ਔਰ ਇਸ ਜੀ ਮਾਮਲੇ ਦੇ ਵਿੱਚ ਵੀ ਆਉਂਦੇ ਦਿਨਾਂ 'ਚ ਮੈਨੂੰ ਲੱਗਦਾ ਹੈ ਹੁਣ ਫੜੋ ਫੜੀ ਹੋਊਗੀ। ਉਹ ਕਿਹੜੇ ਮੰਤਰੀ ਸੀ? ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਆਪ ਹੀ ਦੱਸ ਦੇਣਾ ਚਾਹੀਦਾ ਟਵੀਟ ਕਰਕੇ। ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ, ਕੈਪਟਨ ਅਮਰਿੰਦਰ ਕਹਿੰਦੇ ਸੀ ਵੀ ਮੈਂ ਭਗਵੰਤ ਮਾਨ ਨੂੰ ਮਿਲ ਕੇ ਨਾਮ ਦੇ ਕੇ ਆਉਂਗਾ, ਤੇ ਮੈਨੂੰ ਲੱਗਦਾ ਫਿਰ ਨਹੀਂ ਆਏ ਕੈਪਟਨ ਅਮਰਿੰਦਰ ਸਿੰਘ ਕਹਿ ਕੇ। ਕੈਪਟਨ ਅਮਰਿੰਦਰ ਸਿੰਘ ਦੀ ਇਹ ਦਿੱਕਤ ਰਹੀ ਹੈ, ਉਹ ਬਾਹਰ ਘੱਟ ਨਿਕਲਦੇ ਨੇ। ਉਹ ਮੁੱਖ ਮੰਤਰੀ ਦਫ਼ਤਰ 'ਚ ਆਉਣਾ ਉਹਨਾਂ ਨੂੰ ਔਖਾ ਲੱਗਿਆ ਹੋਣਾ ਨਿੱਜੀ ਤੌਰ ਤੇ ਭਗਵੰਤ ਮਾਨ ਨੂੰ ਮਿਲਣਾ। ਮੈਂ ਸਲਾਹ ਦਿੱਤੀ ਸੀ ਵੀ ਕੈਪਟਨ ਸਾਹਿਬ ਟਵੀਟ ਕਰ ਦਿਓ। ਅੱਜ ਕੱਲ ਤਾਂ ਟਵੀਟ ਹੋ ਜਾਂਦਾ ਹਰ ਕਿਸੇ ਦਾ। ਅੱਜ ਕੱਲ ਤਾਂ ਲੋਕ ਦਵਾਈ ਟਵੀਟ ਤੇ ਦੱਸ ਦਿੰਦੇ ਜੇ ਕਿਸੇ ਡਾਕਟਰ ਨੂੰ ਪੁੱਛੀਏ। ਸੋ ਗੱਲ ਇਹ ਹੈ ਵੀ ਹੁਣ ਕੈਪਟਨ ਅਮਰਿੰਦਰ ਦੀ ਸੂਚੀ, ਇਹ ਨਾ ਹੋਵੇ ਵੀ ਕੈਪਟਨ ਅਮਰਿੰਦਰ ਸੂਚੀ ਬਣਾਉਂਦੇ ਰਹਿ ਜਾਣ ਤੇ ਭਗਵੰਤ ਮਾਨ ਪਹਿਲਾਂ ਹੀ ਇੱਕ ਤੋਂ ਬਾਅਦ ਇੱਕ ਕਾਰਵਾਈਆਂ ਦੇ ਹੁਕਮ ਦੇ ਦੇਣ। ਪਰ ਇਸ ਮਾਮਲੇ ਦੇ ਵਿੱਚ ਈਡੀ ਸਰਗਰਮ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਕੈਪਟਨ ਅਮਰਿੰਦਰ ਨੂੰ ਹੀ ਦੱਸ ਦੇਣਾ ਚਾਹੀਦਾ ਵੀ ਇਹ ਹੋ ਸਕਦਾ ਮਸ਼ੀਨਾਂ ਪਈਆਂ ਹੀ ਹੋਣ ਕਿਤੇ, ਨਾ ਕਾਕਾ ਰਣਦੀਪ ਜੀ ਨੂੰ ਲੱਭੀਆਂ ਹੋਣ, ਨਾ ਸਾਨੂੰ ਪਤਾ ਲੱਗਿਆ ਹੋਵੇ, ਨਾ ਕਿਸੇ ਨੂੰ ਪਤਾ ਲੱਗਿਆ। ਪਰ ਇਹ ਹੁਣ ਰੱਬ ਹੀ ਜਾਣਦਾ ਜੀ। ਜੀ 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 ਬਿਲਕੁਲ ਸਹੀ ਤੁਸੀਂ ਕਿਹਾ। ਔਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਤੇ ਚਰਚਾ ਤਾਂ ਕਰ ਹੀ ਰਹੇ ਹਾਂ, ਤੇ ਜ਼ਰੂਰ ਬਣਦਾ ਹੈ ਕਿ ਗੁਆਂਢੀ ਸੂਬੇ ਹਰਿਆਣਾ ਦਾ ਵੀ ਜ਼ਿਕਰ ਕਰਿਆ ਜਾਏ, ਕਿਉਂਕਿ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਹਰਿਆਣਾ ਵਿੱਚ, ਤੇ ਬੀਜੇਪੀ ਨੂੰ ਜਿੱਤ ਮਿਲ ਚੁੱਕੀ ਹੈ। ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਬੀਜੇਪੀ ਦੀ ਇੰਨੀ ਖਾਸ ਪਕੜ ਬਿਲਕੁਲ ਨਹੀਂ ਲੱਗ ਰਹੀ, ਉੱਥੇ ਹੀ ਹਰਿਆਣਾ ਵਿੱਚ ਜੋ ਹੈ ਲਗਾਤਾਰ ਬੀਜੇਪੀ ਆਪਣੀ ਪਕੜ ਬਰਕਰਾਰ ਰੱਖੇ ਹੋਏ। ਦੇਖੋ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਉਮੀਦ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਜਿਹੜਾ ਪੰਜਾਬ 'ਚ ਬਦਲਾਅ ਆਇਆ ਉਹ ਬਦਲਾਅ ਹਰਿਆਣਾ 'ਚ ਵੀ ਦਿਖੂ। ਔਰ ਇਹ ਜਿਹੜੀਆਂ 18 ਨਗਰ ਕੌਂਸਲਾਂ ਸੀ, 28 ਨਗਰ ਪੰਚਾਇਤਾਂ ਸੀ, 22 ਥਾਵਾਂ ਦੇ ਉੱਤੇ 22 ਨਗਰ ਜਿਹੜੀਆਂ ਹੈਗੀਆਂ ਨੇ, 22 ਥਾਵਾਂ ਦੇ ਉੱਤੇ ਤਾਂ ਜਿੱਤੀ ਹੈ ਭਾਜਪਾ ਕੁੱਲ, 3 ਦੇ ਉੱਤੇ ਜਿੱਤੀ ਹੈ ਜੀ ਜੇਜੇਪੀ, ਔਰ 19 ਥਾਵਾਂ ਤੇ ਆਜ਼ਾਦ ਜਿੱਤੇ ਹੈ, 1 ਇਨੈਲੋ ਜਿੱਤੀ ਹੈ, ਔਰ 1 ਆਮ ਆਦਮੀ ਪਾਰਟੀ ਜਿੱਤੀ ਹੈ। ਮੈਂ ਨਾਮ ਲਿਖ ਕੇ ਰੱਖਿਆ ਸੀ ਆਮ ਆਦਮੀ ਪਾਰਟੀ ਜਿੱਥੋਂ ਜਿੱਤੀ ਹੈ, ਉਹ ਨਾਮ ਹੈ ਜੀ ਇਸਮਾइलाबाद ਨਗਰ ਪੰਚਾਇਤ। ਇਸਮਾइलाबाद ਨਗਰ ਪੰਚਾਇਤ, ਉੱਥੋਂ ਆਮ ਆਦਮੀ ਪਾਰਟੀ ਜਿੱਤੀ ਹੈ। ਸੋ ਖਾਤਾ ਖੁੱਲ ਗਿਆ ਹਰਿਆਣੇ 'ਚ। ਹੌਲੀ ਹੌਲੀ ਗੱਲ ਅੱਗੇ ਵੱਧਦੀ ਜਾਊਗੀ, ਪਰ ਬੀਜੇਪੀ ਨੇ ਚੰਗੀ ਪਰਫਾਰਮੈਂਸ ਕੀਤੀ ਹੈ ਔਰ ਆਜ਼ਾਦ ਵੀ 19 ਕਰ ਗਏ। ਦੇਖੋ ਜੇ ਬੀਜੇਪੀ 22 ਹੈ ਤੇ ਆਜ਼ਾਦ ਵੀ 19 ਆ ਗਏ, ਔਰ ਇਹ ਸਥਿਤੀਆਂ ਬਣੀਆਂ ਨੇ। 3 ਕੁ ਸੀਟਾਂ ਤੇ ਆ ਸਥਿਤੀਆਂ ਜਿਹੜੀਆਂ ਨੇ ਇਹ ਸਾਡੇ ਸਾਹਮਣੇ ਰਹੀਆਂ ਨੇ ਹਰਜੋਤ ਜੀ। ਜੀ 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 ਬੀਜੇਪੀ ਨੇ ਵਧੀਆ ਆਪਣੀ ਜੋ ਹੈ ਇੱਥੇ ਅਸੀਂ ਕਹਿ ਸਕਦੇ ਹਾਂ ਪਰਫਾਰਮੈਂਸ ਦਿਖਾਈ ਹੈ। ਲੋਕਾਂ ਨੇ ਉੱਥੇ ਫਿਰ ਵੀ ਉਹਨਾਂ ਉੱਪਰ ਵਿਸ਼ਵਾਸ ਕਰਕੇ ਵੋਟਾਂ ਪਾਈਆਂ, ਪਰ ਪੰਜਾਬ ਵਿੱਚ ਹਾਲਾਂਕਿ ਇੰਨੀ ਮਜ਼ਬੂਤੀ ਨਜ਼ਰ ਨਹੀਂ ਆ ਰਹੀ ਬੀਜੇਪੀ ਦੇ ਲਈ। ਅੱਗੋਂ ਅਗਰ ਅਸੀਂ ਗੱਲ ਕਰੀਏ ਰਾਸ਼ਟਰਪਤੀ ਚੋਣਾਂ ਨਾਲ ਜੁੜੀ ਖਬਰ ਤੇ ਗੱਲ ਕਰੀਏ ਤਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦ੍ਰੌਪਦੀ ਮੁਰਮੂ ਵੀ ਅੱਜ ਕਾਗਜ਼ ਭਰਨਗੇ। ਸੋ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਰਾਸ਼ਟਰਪਤੀ ਚੋਣਾਂ ਨੂੰ? ਦੇਖੋ ਜਿਹੜੇ ਦ੍ਰੌਪਦੀ ਮੁਰਮੂ ਜੀ ਸੀ ਉਹ ਕੱਲ ਹੀ ਦਿੱਲੀ ਪਹੁੰਚ ਗਏ ਸੀ, ਔਰ ਆਮ ਆਦਮੀ ਪਾਰਟੀ ਮਾਫ ਕਰਨਾ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੀ ਗਿਣਤੀ 'ਚ MP, ਉਹਨਾਂ ਦੇ MLA, ਉਹਨਾਂ ਦੇ ਪਾਰਟੀ ਦੇ ਲੀਡਰ, ਉਹ ਉਹਨਾਂ ਦਾ ਸਵਾਗਤ ਕਰਨ ਲਈ ਏਅਰਪੋਰਟ ਤੇ ਪਹੁੰਚ ਗਏ ਸੀ, ਕਿਉਂਕਿ ਬੀਜੇਪੀ ਨੂੰ ਲੱਗਦਾ ਹੈ ਕਿ ਹਰ ਹਾਲਤ 'ਚ ਬੀਜੇਪੀ ਜਿੱਤੇਗੀ। ਔਰ ਉਹਨਾਂ ਨੂੰ Z+ ਸਿਕਿਉਰਿਟੀ ਹੈ ਜਿਹੜੀ ਉਹ ਤੁਰੰਤ ਦੇ ਦਿੱਤੀ ਗਈ ਹੈ ਭਾਰਤ ਦੀ ਸਰਕਾਰ ਵੱਲੋਂ, ਤਾਂ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਸੰਭਾਵੀ ਖਤਰੇ ਤੋਂ ਬਚਿਆ ਜਾ ਸਕੇ। ਔਰ ਦੂਸਰੇ ਪਾਸੇ ਯਸ਼ਵੰਤ ਸਿਨਹਾ ਜੀ ਜਿਹੜੇ ਕਿ ਵਿਰੋਧੀ ਧਿਰਾਂ ਦੇ ਸਾਂਝੇ ਉਮੀਦਵਾਰ ਨੇ, ਉਹਨਾਂ ਨੇ ਇੱਕ ਬੜੀ ਚੰਗੀ ਗੱਲ ਕਹੀ, ਮੈਨੂੰ ਬੜਾ ਚੰਗਾ ਲੱਗਿਆ। ਉਹ ਕਹਿੰਦੇ ਵੀ ਜਿਹੜੇ ਆਮ ਲੋਕ ਨੇ ਸਾਡੇ ਦੇਸ਼ ਦੇ, ਉਹ ਇਹ ਨਾ ਸਮਝਣ ਵੀ ਇਹ ਰਾਸ਼ਟਰਪਤੀ ਦੀ ਚੋਣ ਦੀ ਇਹ ਸਾਡੇ 'ਚ ਕੋਈ ਲੜਾਈ ਹੈ ਦ੍ਰੌਪਦੀ ਮੁਰਮੂ ਜੀ ਵਿੱਚ ਔਰ ਮੇਰੇ ਵਿੱਚ ਯਸ਼ਵੰਤ ਸਿਨਹਾ ਦੇ ਵਿੱਚ। ਉਹ ਕਹਿੰਦੇ ਸਾਡੇ ਵਿੱਚ ਲੜਾਈ ਨਹੀਂ, ਇਹ ਪਾਰਟੀਆਂ ਨੇ ਉਮੀਦਵਾਰ ਤੈਅ ਕਰਨਾ ਹੁੰਦਾ। ਇਹ ਇੱਕ ਵਿਚਾਰਧਾਰਕ ਇੱਕ ਮੁੱਦਾ ਹੈ। ਸੋ ਉਹਨਾਂ ਨੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਦ੍ਰੌਪਦੀ ਮੁਰਮੂ ਜੀ ਨੂੰ। ਸੋ ਮੈਨੂੰ ਬੜਾ ਚੰਗਾ ਲੱਗਿਆ, ਕਿਉਂਕਿ ਇਹ ਉਸ ਤਰ੍ਹਾਂ ਦੀ ਪੋਲੀਟੀਕਲ ਬਿਆਨਬਾਜ਼ੀ ਵਾਲੀ ਲੜਾਈ ਨਹੀਂ ਹੈ। ਇਹਦੇ ਵਿੱਚ ਵੋਟਾਂ ਪਾਉਣੀਆਂ ਨੇ ਵਿਧਾਇਕਾਂ ਨੇ, ਮੈਂਬਰ ਪਾਰਲੀਮੈਂਟਾਂ ਨੇ, ਰਾਜ ਸਭਾ ਮੈਂਬਰਾਂ ਨੇ, ਔਰ ਜਿਹੜੇ ਜਿੱਥੇ ਕਿਤੇ ਉੱਪਰਲੇ ਸਦਨ ਨੇ ਉਹਨਾਂ ਦੇ ਸਦਨ ਦੇ ਮੈਂਬਰਾਂ ਨੇ, ਵਿਧਾਨ ਪ੍ਰੀਸ਼ਦਾਂ ਦੇ ਮੈਂਬਰਾਂ ਨੇ, ਇਹਨਾਂ ਸਾਰਿਆਂ ਦੀਆਂ ਵੋਟਾਂ ਰਹਿਣੀਆਂ ਨੇ। ਸੋ ਯਸ਼ਵੰਤ ਸਿਨਹਾ ਜੀ ਵੀ ਆਪਣਾ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ। ਉਹ ਵੱਖ-ਵੱਖ ਪਾਰਟੀਆਂ ਨੂੰ ਮਿਲਣਗੇ, MP MLAs ਨੂੰ ਬੇਨਤੀ ਕਰਨਗੇ। ਔਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਯਸ਼ਵੰਤ ਸਿਨਹਾ ਜੀ ਨੇ, ਉਹ ਕਹਿੰਦੇ ਸਾਨੂੰ
ਅਜਿਹਾ ਰਾਸ਼ਟਰਪਤੀ ਚਾਹੀਦਾ ਜਿਹੜਾ ਦੇਸ਼ ਅੱਗੇ ਕਈ ਮਸਲੇ ਲਟਕੇ ਪਏ ਨੇ ਉਹਨਾਂ ਨੂੰ ਨਿਬੇੜ ਕੇ ਜਾਵੇ। ਦੇਖੋ ਮਸਲੇ ਤਾਂ ਕਈ ਪਏ ਨੇ, ਕਈ ਮਸਲੇ ਇਹੋ ਜਿਹੇ ਨੇ ਜਿਨ੍ਹਾਂ ਤੇ ਪੂਰੀ ਕਲੈਰਿਟੀ ਦੇ ਨਾਲ ਸਾਡੇ ਰਾਸ਼ਟਰਪਤੀ ਦਫ਼ਤਰ ਚੋਂ ਕਾਰਵਾਈ ਹੁੰਦੀ ਸਾਨੂੰ ਦਿਖਦੀ ਨਹੀਂ, ਜਦਕਿ ਹੋਰ ਤੇਜ਼ੀ ਨਾਲ ਹੋਣੀ ਚਾਹੀਦੀ ਹੈ। ਉਂਝ ਰਾਸ਼ਟਰਪਤੀ ਦਾ ਜਿਹੜਾ ਅਹੁਦਾ ਸਾਡੇ ਮੁਲਕ ਦੇ ਵਿੱਚ ਬੜਾ ਸਤਿਕਾਰਯੋਗ ਹੈ। ਸਾਡੇ ਦੇਸ਼ ਦੇ ਸੰਵਿਧਾਨ ਨੂੰ, ਕੌਂਸਟੀਟਿਊਸ਼ਨ ਨੂੰ ਨਜ਼ਰਸਾਨੀ ਲਾਗੂ ਕਰਾਉਣ ਦੀ ਜਿਹੜੀ ਸਭ ਤੋਂ ਵੱਡੀ ਸੰਸਥਾ ਹੈ ਉਹ ਰਾਸ਼ਟਰਪਤੀ ਹੈ। ਔਰ ਸਾਡੇ ਦੇਸ਼ ਦੇ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੁੰਦੇ ਉਹਨਾਂ ਨੂੰ ਸਹੁੰ ਵੀ ਰਾਸ਼ਟਰਪਤੀ ਚੁਕਾਉਂਦੇ ਨੇ। ਔਰ ਸਾਰਿਆਂ ਦੇ ਮੁਖੀ, ਸਾਡੇ ਜੁਡੀਸ਼ੀਅਲ ਸਿਸਟਮ ਦੇ ਮੁਖੀ ਵੀ ਰਾਸ਼ਟਰਪਤੀ ਹੁੰਦੇ ਨੇ ਹਰਜੋਤ ਜੀ। ਜੀ 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 ਬਿਲਕੁਲ ਬਿਲकुल सही कह सकते। तो ਅੱਜ ਵੀ ਅਸੀਂ ਜੋ ਹੈ ਪੰਜਾਬ ਦੀ ਸਿਆਸਤ ਨਾਲ ਜੁੜੀ ਔਰ ਹਰਿਆਣਾ ਦੀ ਸਿਆਸਤ ਨਾਲ ਜੁੜੀ ਖਬਰਾਂ ਤੇ ਵੀ ਖੂਬ ਚਰਚਾ ਕੀਤੀ ਹੈ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਲਈ। ਦਰਸ਼ਕਾਂ ਦਾ ਵੀ ਧੰਨਵਾਦ ਜੋ ਲਗਾਤਾਰ ਸਾਡੇ ਇਸ ਪ੍ਰੋਗਰਾਮ ਨਾਲ ਜੁੜਦੇ ਨੇ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੇ ਵੀ ਦੇ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ।